ਕਈ ਸਾਲਾਂ ਤੋਂ ਮੈਨੂੰ ਬੱਚਾ ਨਹੀਂ ਹੋ ਰਿਹਾ ਸੀ, ਪਰ ਮੈਨੂੰ ਹਰ ਹਾਲਤ ਵਿੱਚ ਘਰ ਦਾ ਵਾਰਿਸ ਚਾਹੀਦਾ ਸੀ। ਕਿਉਂਕਿ ਮੈਨੂੰ ਡਰ ਸੀ ਕਿ ਕਿਤੇ ਮੇਰਾ ਪਤੀ ਦੂਜਾ ਵਿਆਹ ਨਾ ਕਰਵਾ ਲਵੇ। ਇਸ ਲਈ ਮੈਂ ਇੱਕ ਖੇਡ ਰਚਾਇਆ ਤੇ ਚਾਲਾਕੀ ਨਾਲ ਇੱਕ ਕੁੜੀ ਦੇ ਘਰ ਸੱਸ ਬਣ ਕੇ ਆਪਣੇ ਪਤੀ ਦਾ ਰਿਸ਼ਤਾ ਲੈ ਕੇ ਗਈ। ਗੱਲ ਪੱਕੀ ਹੋ ਗਈ, ਪਰ ਵਿਆਹ ਵੇਲੇ ਮੈਂ ਚੋਰੀ ਆਪਣੇ ਦਿਓਰ ਦੇ ਸਿਹਰਾ ਬੰਨ੍ਹ ਕੇ ਉਸ ਦਾ ਵਿਆਹ ਉਸ ਕੁੜੀ ਨਾਲ ਕਰਵਾ ਦਿੱਤਾ। ਮੇਰਾ ਮਕਸਦ ਸਿਰਫ ਬੱਚਾ ਲੈਣ ਦਾ ਸੀ। ਉਸ ਤੋਂ ਬਾਅਦ ਮੈਂ ਉਸ ਕੁੜੀ ਨੂੰ ਘਰੋਂ ਕੱਢ ਦੇਣਾ ਸੀ। ਜਦੋਂ ਉਸਨੇ ਬੱਚੇ ਨੂੰ ਜਨਮ ਦਿੱਤਾ, ਮੈਂ ਉਸ ਬੱਚੇ ਨੂੰ ਉਠਾਇਆ ਤਾਂ ਮੇਰੇ ਤਾਂ ਹੋਸ਼ ਹੀ ਉੱਡ ਗਏ, ਕਿਉਂਕਿ ਉਹ ਤਾਂ ਮੇਰਾ ਨਾਮ ਮੀਨਾ ਹੈ। ਮੇਰਾ ਵਿਆਹ ਪਿੰਡ ਦੇ ਬਹੁਤ ਵੱਡੇ ਜ਼ਿਮੀਂਦਾਰ ਨਾਲ ਹੋਇਆ ਸੀ। ਮੈਂ ਦੇਖਣ ਵਿੱਚ ਬਹੁਤ ਸੋਹਣੀ ਸੀ, ਇਸ ਲਈ ਸਸੁਰਾਲ ਵਾਲਿਆਂ ਨੇ ਮੈਨੂੰ ਦੇਖਦੇ ਹੀ ਪਸੰਦ ਕਰ ਲਿਆ ਸੀ। ਮੈਂ ਵਿਆਹ ਕਰਵਾ ਕੇ ਸਸੁਰਾਲ ਆ ਗਈ। ਸਸੁਰਾਲ ਵਿੱਚ ਸਾਰੇ ਬਹੁਤ ਚੰਗੇ ਸਨ। ਕੁਝ ਸਾਲਾਂ ਬਾਅਦ ਮੇਰੇ ਸੱਸ ਸਹੁਰੇ ਦੀ ਮੌਤ ਹੋ ਗਈ। ਹੁਣ ਬਸ ਮੇਰੇ ਪਤੀ ਤੇ ਮੇਰਾ ਦਿਓਰ ਹੀ ਸਨ। ਮੇਰਾ ਜੀਵਨ ਸ਼ਾਂਤੀ ਨਾਲ ਬੀਤ ਰਿਹਾ ਸੀ। ਮੇਰਾ ਪਤੀ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ, ਪਰ ਕਈ ਸਾਲ ਬੀਤ ਜਾਣ 'ਤੇ ਵੀ ਮੈਂ ਮਾਂ ਨਾ ਬਣ ਸਕੀ। ਪੂਰੇ ਘਰ 'ਤੇ ਮੇਰਾ ਹੀ ਕਬਜ਼ਾ ਸੀ। ਘਰ ਵਿੱਚ ਮੇਰੀ ਹੀ ਚੱਲਦੀ ਸੀ। ਮੇਰਾ ਪਤੀ ਵੀ ਮੇਰੇ ਕਾਬੂ ਵਿੱਚ ਸੀ। ਜਿਵੇਂ ਜਿਵੇਂ ਸਮਾਂ ਬੀਤ ਰਿਹਾ ਸੀ, ਮੇਰਾ ਡਰ ਵੱਧ ਰਿਹਾ ਸੀ। ਮੈਂ ਕੋਈ ਸਾਧੂ ਸੰਤ ਨਾ ਛੱਡਿਆ, ਨਾ ਹੀ ਕੋਈ ਡਾਕਟਰ ਛੱਡਿਆ। ਡਾਕਟਰ ਮੇਰੇ ਵਿੱਚ ਹੀ ਕਮੀ ਦੱਸਦੇ ਸਨ, ਇਸ ਲਈ ਮੈਂ ਮਾਂ ਨਹੀਂ ਬਣ ਪਾ ਰਹੀ ਸੀ। ਹੁਣ ਇੱਕ ਹੀ ਡਰ ਸਤਾ ਰਿਹਾ ਸੀ ਕਿ ਕਿਤੇ ਘਰ ਦੇ ਵਾਰਿਸ ਖਾਤਰ ਮੇਰਾ ਪਤੀ ਦੂਜਾ ਵਿਆਹ ਨਾ ਕਰਵਾ ਲਵੇ। ਕਿਉਂਕਿ ਮੇਰਾ ਦਿਓਰ ਵੀ ਸਿੱਧਾ ਜਿਹਾ ਸੀ, ਇਸ ਲਈ ਉਸ ਦਾ ਵਿਆਹ ਹੋਣ ਦੀ ਵੀ ਕੋਈ ਉਮੀਦ ਨਹੀਂ ਸੀ। ਇੰਨੀ ਜ਼ਮੀਨ ਜਾਇਦਾਦ ਦਾ ਵਾਰਿਸ ਤਾਂ ਹੋਣਾ ਹੀ ਚਾਹੀਦਾ ਸੀ। ਮੇਰੇ ਪਤੀ ਦਾ ਪਿਆਰ ਵੀ ਮੇਰੇ ਲਈ ਘਟਣ ਲੱਗਿਆ ਸੀ। ਹੁਣ ਮੇਰੇ ਸਿਰ 'ਤੇ ਸੌਂਕਣ ਨਾਂ ਦੀ ਤਲਵਾਰ ਲਟਕ ਰਹੀ ਸੀ, ਕਿਉਂਕਿ ਹੁਣ ਰਿਸ਼ਤੇਦਾਰ, ਦੋਸਤ ਮਿੱਤਰ ਵੀ ਉਹਨਾਂ ਨੂੰ ਵਾਰਿਸ ਦੇ ਨਾਂ ਦੀ ਪੱਟੀ ਪੜਾਉਣ ਲੱਗੇ ਸਨ। ਮੈਂ ਇੰਨੇ ਸਾਲਾਂ ਤੋਂ ਘਰ 'ਤੇ ਰਾਜ ਕਰ ਰਹੀ ਸੀ। ਮੈਨੂੰ ਇਹ ਬਰਦਾਸ਼ਤ ਨਹੀਂ ਸੀ ਕਿ ਕੋਈ ਮੇਰੀ ਥਾਂ ਲੈ ਲਵੇ। ਮੈਂ ਆਪਣੇ ਪਤੀ ਨੂੰ ਬੱਚਾ ਗੋਦ ਲੈਣ ਲਈ ਵੀ ਕਿਹਾ, ਪਰ ਉਹਨਾਂ ਨੂੰ ਤਾਂ ਆਪਣਾ ਖੂਨ ਹੀ ਚਾਹੀਦਾ ਸੀ। ਮੈਨੂੰ ਆਪਣੀ ਬੇੜੀ ਡੁੱਬਦੀ ਨਜ਼ਰ ਆ ਰਹੀ ਸੀ। ਹੁਣ ਮੈਨੂੰ ਜਲਦੀ ਹੀ ਕੁਝ ਕਰਨਾ ਪੈਣਾ ਸੀ। ਬਹੁਤ ਸੋਚਣ ਤੋਂ ਬਾਅਦ ਮੈਂ ਇੱਕ ਯੋਜਨਾ ਬਣਾਈ, ਜਿਸ ਨਾਲ ਸੱਪ ਵੀ ਮਰ ਜਾਣਾ ਸੀ ਤੇ ਲਾਠੀ ਵੀ ਨਾ ਟੁੱਟਦੀ। ਮੈਨੂੰ ਆਪਣੇ ਸਿੱਧੇ ਜਿਹੇ ਦਿਓਰ ਦਾ ਖਿਆਲ ਆਇਆ। ਵੈਸੇ ਤਾਂ ਉਹ ਆਮ ਇਨਸਾਨ ਦੀ ਤਰ੍ਹਾਂ ਰਹਿੰਦਾ ਸੀ। ਕਦੇ ਕਦੇ ਉਸਨੂੰ ਪਾਗਲਪਨ ਦਾ ਦੌਰਾ ਪੈਂਦਾ ਸੀ, ਫਿਰ ਉਸਨੂੰ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਸੀ। ਉਹ ਹਰ ਸਮੇਂ ਚੁੱਪ ਹੀ ਰਹਿੰਦਾ। ਮੈਂ ਉਸਦਾ ਵਿਆਹ ਕਰਨ ਬਾਰੇ ਸੋਚਿਆ, ਪਰ ਆਸ-ਪਾਸ ਉਸਦੀ ਬਿਮਾਰੀ ਬਾਰੇ ਸਭ ਨੂੰ ਪਤਾ ਸੀ, ਇਸ ਲਈ ਕਿਸੇ ਨੇ ਉਸਨੂੰ ਆਪਣੀ ਕੁੜੀ ਦਾ ਰਿਸ਼ਤਾ ਨਹੀਂ ਕਰਨਾ ਸੀ। ਇਸ ਲਈ ਮੈਂ ਇੱਕ ਗਰੀਬ ਘਰ ਪਹੁੰਚੀ, ਜੋ ਕਿ ਲਾਲਚ ਵਿੱਚ ਆ ਕੇ ਕੁੜੀ ਦਾ ਰਿਸ਼ਤਾ ਕਰ ਸਕਦੇ ਸਨ, ਪਰ ਮੈਂ ਉਹਨਾਂ ਦੇ ਘਰ ਆਪਣੇ ਪਤੀ ਦਾ ਰਿਸ਼ਤਾ ਲੈ ਕੇ ਗਈ। ਮੈਂ ਆਪਣੇ ਪਤੀ ਦੀ ਮਾਂ ਬਣ ਕੇ ਉੱਥੇ ਗਈ। ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਬੇਟੇ ਦੀ ਔਲਾਦ ਨਹੀਂ ਹੈ, ਇਸ ਲਈ ਮੈਂ ਉਸਦਾ ਦੂਸਰਾ ਵਿਆਹ ਕਰਵਾਉਣਾ ਹੈ। ਪਰ ਮੈਂ ਆਪਣੇ ਬੇਟੇ ਦੀ ਪਹਿਲੀ ਪਤਨੀ ਤੋਂ ਚੋਰੀ ਇਹ ਵਿਆਹ ਕਰਨਾ ਹੈ। ਮੇਰੀ ਪਹਿਲੀ ਨੂੰਹ ਕੁਝ ਦਿਨਾਂ ਲਈ ਪੇਕੇ ਗਈ ਹੋਈ ਹੈ, ਇਸ ਲਈ ਉਸਦੀ ਗੈਰ ਮੌਜੂਦਗੀ ਵਿੱਚ ਮੈਂ ਇਹ ਵਿਆਹ ਕਰ ਦੇਵਾਂਗੀ। ਜੇ ਤੁਸੀਂ ਆਪਣੀ ਬੇਟੀ ਦਾ ਵਿਆਹ ਕਰੋਗੇ ਤਾਂ ਮੈਂ ਵਾਅਦਾ ਕਰਦੀ ਹਾਂ ਕਿ ਆਪਣੇ ਬੇਟੇ ਦਾ ਉਸਦੀ ਪਹਿਲੀ ਪਤਨੀ ਤੋਂ ਤਲਾਕ ਕਰਵਾ ਦੇਵਾਂਗੀ। ਉਸ ਕੁੜੀ ਦੇ ਮਾਂ-ਪਿਓ ਮੇਰੀਆਂ ਗੱਲਾਂ ਵਿੱਚ ਆ ਗਏ। ਉਹਨਾਂ ਨੂੰ ਵੀ ਲਾਲਚ ਹੋ ਗਿਆ ਕਿ ਇੰਨੇ ਵੱਡੇ ਘਰ ਦਾ ਰਿਸ਼ਤਾ ਹੈ। ਉਹ ਖੁਸ਼ ਹੋ ਗਏ। ਝੂਠ ਬੋਲ ਕੇ ਮੈਂ ਉਹਨਾਂ ਨੂੰ ਆਪਣੇ ਨਾਲ ਲੈ ਆਈ ਤੇ ਉਹਨਾਂ ਨੂੰ ਕਿਹਾ ਕਿ ਕਿਸੇ ਨੂੰ ਕੁਝ ਨਾ ਕਹਿਣਾ। ਉਹ ਲਾਲਚ ਵਿੱਚ ਮੇਰੀ ਹਰ ਗੱਲ ਮੰਨਦੇ ਰਹੇ। ਘਰ ਆ ਕੇ ਪਤੀ ਨੂੰ ਵੀ ਚੁੱਪ ਰਹਿਣ ਲਈ ਕਿਹਾ। ਉਹ ਮੇਰੇ ਦਬਦਬੇ ਕਰਕੇ ਕੁਝ ਬੋਲ ਨਾ ਸਕੇ। ਫਿਰ ਆਪਣੇ ਦਿਓਰ ਨੂੰ ਕਿਹਾ ਕਿ ਤੇਰਾ ਵਿਆਹ ਇੱਕ ਸੋਹਣੀ ਕੁੜੀ ਨਾਲ ਹੋਣ ਵਾਲਾ ਹੈ, ਬਸ ਤੂੰ ਸਿਹਰੇ ਪਿੱਛੇ ਚੁੱਪ ਰਹੀ। ਉਹ ਵੀ ਚੁੱਪ ਰਿਹਾ, ਕਿਉਂਕਿ ਉਹ ਪਹਿਲਾਂ ਹੀ ਚੁੱਪ ਰਹਿੰਦਾ ਸੀ। ਬਸ ਉਸਦੇ ਦੌਰੇ ਦਾ ਡਰ ਸੀ। ਸਭ ਕੁਝ ਮੇਰੇ ਪਲਾਨ ਦੇ ਹਿਸਾਬ ਨਾਲ ਚੱਲ ਰਿਹਾ ਸੀ। ਕੁੜੀ ਦੇ ਮਾਂ-ਪਿਓ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਬੇਟੀ ਦਾ ਵਿਆਹ ਮੇਰੇ ਪਤੀ ਨਾਲ ਨਹੀਂ, ਸਗੋਂ ਮੇਰੇ ਦਿਓਰ ਨਾਲ ਹੋ ਰਿਹਾ ਸੀ। ਵਿਆਹ ਹੋ ਗਿਆ ਤੇ ਕੁੜੀ ਦੇ ਮਾਂ-ਪਿਓ ਵਾਪਸ ਆਪਣੇ ਘਰ ਚਲੇ ਗਏ। ਮੈਂ ਉਹਨਾਂ ਨੂੰ ਬਹੁਤ ਸਾਰੇ ਪੈਸੇ ਵੀ ਦੇ ਦਿੱਤੇ। ਉਹਨਾਂ ਦੀ ਕੁੜੀ ਵੀ ਬਹੁਤ ਭੋਲੀ ਸੀ। ਮੈਂ ਰਾਤ ਨੂੰ ਉਸਨੂੰ ਆਪਣੇ ਦਿਓਰ ਨਾਲ ਕਮਰੇ ਵਿੱਚ ਬੰਦ ਕਰ ਦਿੱਤਾ। ਪਰ ਸਵੇਰ ਨੂੰ ਮੇਰਾ ਦਿਓਰ ਕਿਤੇ ਗਾਇਬ ਹੋ ਗਿਆ। ਮੇਰੇ ਪਤੀ ਕਹਿਣ ਲੱਗੇ ਕਿ ਚਾਚੇ ਦੇ ਘਰ ਚਲਿਆ ਗਿਆ ਹੋਣਾ। ਮੈਂ ਉਸ ਕੁੜੀ ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਵਿੱਚ ਕਰ ਲਿਆ। ਉਸਦੀ ਇੱਜ਼ਤ ਇੱਕ ਨੌਕਰਾਣੀ ਤੋਂ ਜ਼ਿਆਦਾ ਨਹੀਂ ਸੀ, ਪਰ ਮੈਂ ਆਪਣੇ ਦਿਓਰ ਕਰਕੇ ਥੋੜ੍ਹੀ ਪਰੇਸ਼ਾਨ ਸੀ, ਕਿਉਂਕਿ 1 ਮਹੀਨਾ ਹੋ ਗਿਆ ਸੀ ਪਰ ਉਹ ਵਾਪਸ ਨਾ ਆਇਆ। ਫਿਰ ਮੈਨੂੰ ਪਤਾ ਚੱਲਿਆ ਕਿ ਉਹ ਕੁੜੀ ਪ੍ਰੈਗਨੈਂਟ ਹੈ। ਮੈਂ ਬਹੁਤ ਖੁਸ਼ ਹੋਈ, ਕਿਉਂਕਿ ਸਭ ਕੁਝ ਉਵੇਂ ਹੀ ਚੱਲ ਰਿਹਾ ਸੀ ਜਿਵੇਂ ਮੈਂ ਸੋਚਿਆ ਸੀ। ਹੁਣ ਘਰ ਨੂੰ ਵਾਰਿਸ ਮਿਲਣ ਵਾਲਾ ਸੀ। ਇਹ ਬੱਚਾ ਮੈਂ ਹੀ ਸੰਭਾਲਾਂਗੀ। ਉਹ ਮੇਰਾ ਹੀ ਬੱਚਾ ਹੋਵੇਗਾ। ਮੈਂ ਆਪਣੇ ਪਤੀ ਨੂੰ ਇਸ ਬਾਰੇ ਦੱਸਿਆ ਤਾਂ ਉਹ ਚੁੱਪ ਰਹੇ।
ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੋਵੇ। ਖੈਰ, ਮੈਂ ਦਿਨ ਗਿਣਨੇ ਸ਼ੁਰੂ ਕਰ ਦਿੱਤੇ। ਜਿਵੇਂ ਹੀ ਬੱਚਾ ਪੈਦਾ ਹੋਵੇਗਾ, ਉਸ ਨੂੰ ਲੈ ਕੇ ਉਸ ਕੁੜੀ ਨੂੰ ਘਰੋਂ ਬਾਹਰ ਕੱਢ ਦੇਵਾਂਗੀ। ਮੈਂ ਉਸ ਕੁੜੀ ਦੇ ਖਾਣ ਪੀਣ ਦਾ ਪੂਰਾ ਧਿਆਨ ਰੱਖਦੀ, ਪਰ ਉਸਨੂੰ ਕਿਸੇ ਨਾਲ ਮਿਲਣ ਨਾ ਦਿੱਤਾ। ਉਸਦੇ ਮਾਂ-ਪਿਓ ਨੂੰ ਕਿਸੇ ਬਹਾਨੇ ਨਾਲ ਮੋੜ ਦਿੱਤਾ ਜਾਂਦਾ ਸੀ। ਅਖੀਰ ਉਹ ਸਮਾਂ ਆ ਹੀ ਗਿਆ। ਉਸਨੇ ਇੱਕ ਮੁੰਡੇ ਨੂੰ ਜਨਮ ਦਿੱਤਾ। ਮੈਂ ਖੁਸ਼ੀ ਨਾਲ ਫੁੱਲੀ ਨਹੀਂ ਸਮਾ ਰਹੀ ਸੀ, ਕਿਉਂਕਿ ਮੇਰੀ ਗੋਦ ਭਰ ਗਈ ਸੀ। ਮੈਂ ਤੁਰੰਤ ਉਸ ਕੁੜੀ ਤੋਂ ਬੱਚਾ ਖੋਹ ਲਿਆ ਅਤੇ ਉਸਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਪਰ ਇੱਕ ਗੱਲ 'ਤੇ ਮੈਂ ਹੈਰਾਨ ਸੀ ਕਿ ਮੇਰੇ ਪਤੀ ਮੇਰੇ ਨਾਲੋਂ ਵੀ ਜ਼ਿਆਦਾ ਖੁਸ਼ ਸਨ। ਮੇਰਾ ਜੀਵਨ ਪੂਰਾ ਹੋ ਗਿਆ ਸੀ। ਹਰ ਸਮੇਂ ਬੱਚਾ ਮੇਰੇ ਕੋਲ ਰਹਿੰਦਾ, ਪਰ ਦੁੱਧ ਪਿਲਾਉਣ ਕਰਕੇ ਉਸ ਕੁੜੀ ਕੋਲ ਲਿਜਾਣਾ ਪੈਂਦਾ। ਪਰ ਮੈਂ ਡਾਕਟਰ ਦੀ ਸਲਾਹ ਨਾਲ ਬੱਚੇ ਨੂੰ ਡੱਬੇ ਵਾਲਾ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ। ਮੈਂ ਉਸ ਕੁੜੀ ਨੂੰ ਕਿਹਾ ਕਿ ਹੁਣ ਤੇਰੀ ਇੱਥੇ ਕੋਈ ਜ਼ਰੂਰਤ ਨਹੀਂ ਹੈ, ਤੂੰ ਇੱਥੋਂ ਚੱਲਦੀ ਬਣ। ਅਚਾਨਕ ਮੇਰਾ ਪਤੀ ਅੰਦਰ ਆ ਗਿਆ। ਉਸਨੇ ਸਭ ਸੁਣ ਲਿਆ। ਉਹ ਕਹਿਣ ਲੱਗਾ ਕਿ ਇਹ ਕੀ ਕਰ ਰਹੀ ਹੈ। ਉਹ ਪਹਿਲੀ ਵਾਰ ਇੰਨੇ ਗੁੱਸੇ ਵਿੱਚ ਬੋਲੇ, ਤੂੰ ਨੇਹਾ ਨੂੰ ਘਰੋਂ ਬਾਹਰ ਨਹੀਂ ਕੱਢ ਸਕਦੀ, ਕਿਉਂਕਿ ਇਸ ਘਰ ਦੇ ਵਾਰਿਸ ਦੀ ਮਾਂ ਹੈ। ਮਾਂ ਹੀ ਨਹੀਂ, ਸਗੋਂ ਇਸ ਘਰ ਦੇ ਮਾਲਕ ਦੀ ਪਤਨੀ ਵੀ ਹੈ। ਮੈਂ ਕਿਹਾ, ਤੁਹਾਡਾ ਪਾਗਲ ਭਰਾ ਮਾਲਕ ਕਦੋਂ ਬਣ ਗਿਆ? ਘਰ ਦੇ ਮਾਲਕ ਤਾਂ ਤੁਸੀਂ ਹੋ। ਤਾਂ ਮੇਰੇ ਪਤੀ ਨੇ ਕਿਹਾ ਕਿ ਹਾਂ, ਤਾਂ ਇਹ ਮੇਰੀ ਹੀ ਪਤਨੀ ਹੈ। ਉਸਦੇ ਰਿਸ਼ਤਾ ਵਿਆਹ ਮੇਰੇ ਨਾਲ ਹੋਇਆ ਸੀ, ਨਾ ਕਿ ਮੇਰੇ ਭਰਾ ਨਾਲ। ਸਿਰੇ ਪਿੱਛੇ ਮੈਂ ਹੀ ਸੀ। ਇਹ ਬੱਚਾ ਵੀ ਮੇਰਾ ਹੀ ਹੈ। ਇਹ ਸਭ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਮੈਂ ਸਾਰੀ ਜ਼ਿੰਦਗੀ ਲੋਕਾਂ ਨਾਲ ਧੋਖਾ ਕਰਦੀ ਰਹੀ। ਹੁਣ ਮੇਰੇ ਨਾਲ ਇੰਨਾ ਵੱਡਾ ਧੋਖਾ ਹੋ ਗਿਆ ਸੀ ਕਿ ਮੈਂ ਬਰਬਾਦ ਹੀ ਹੋ ਗਈ। ਮੇਰਾ ਪਤੀ ਕਹਿਣ ਲੱਗਿਆ ਕਿ ਸਿਰਫ ਤੂੰ ਹੀ ਦੂਜਿਆਂ ਨੂੰ ਧੋਖਾ ਦੇ ਸਕਦੀ ਹੈ, ਤੂੰ ਹੀ ਦੂਜਿਆਂ ਦੀ ਜ਼ਿੰਦਗੀ ਨਾਲ ਖੇਡ ਸਕਦੀ ਹੈ। ਤੈਨੂੰ ਕੀ ਲੱਗਦਾ ਹੈ ਕਿ ਕੋਈ ਤੇਰੇ ਨਾਲ ਧੋਖਾ ਨਹੀਂ ਕਰ ਸਕਦਾ? ਤੂੰ ਇਸ ਮਾਸੂਮ ਕੁੜੀ ਦਾ ਵਿਆਹ ਇੱਕ ਅੱਧੇ ਪਾਗਲ ਇਨਸਾਨ ਨਾਲ ਕਰਾ ਕੇ ਇਸ ਦੀ ਜ਼ਿੰਦਗੀ ਬਰਬਾਦ ਕਰਨਾ ਚਾਹੁੰਦੀ ਸੀ। ਇਸ ਲਈ ਮੈਂ ਆਪਣੇ ਭਰਾ ਦੀ ਜਗ੍ਹਾ ਇਸ ਨਾਲ ਵਿਆਹ ਕਰਵਾ ਲਿਆ। ਹੁਣ ਇਹ ਮੇਰੀ ਪਤਨੀ ਹੈ ਅਤੇ ਇਹ ਬੱਚਾ ਵੀ ਮੇਰਾ ਹੈ। ਇਸ ਲਈ ਨੇਹਾ ਇਸ ਘਰ ਵਿੱਚੋਂ ਬਾਹਰ ਨਹੀਂ ਜਾਵੇਗੀ। ਹੁਣ ਤੇਰੇ ਜਾਣ ਦਾ ਸਮਾਂ ਆ ਗਿਆ ਹੈ। ਮੈਂ ਕਿਹਾ, ਮੈਨੂੰ ਇਸ ਘਰ ਵਿੱਚੋਂ ਕੋਈ ਨਹੀਂ ਕੱਢ ਸਕਦਾ। ਇੰਨਾ ਕਹਿ ਕੇ ਮੈਂ ਆਪਣੇ ਪਤੀ ਵੱਲ ਵਧੀ, ਪਰ ਕਿਸੇ ਚੀਜ਼ ਨਾਲ ਟਕਰਾ ਕੇ ਕੱਚ ਦੀ ਮੇਜ਼ 'ਤੇ ਡਿੱਗ ਪਈ। ਮੈਂ ਬੇਹੋਸ਼ ਹੋ ਗਈ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਹਸਪਤਾਲ ਦੇ ਬੈੱਡ 'ਤੇ ਸੀ। ਮੈਂ ਸਾਹਮਣੇ ਖੜੀ ਨਰਸ ਤੋਂ ਪੁੱਛਿਆ ਕਿ ਕੀ ਮੇਰਾ ਪਤੀ ਕਿੱਥੇ ਹੈ, ਤਾਂ ਉਹ ਕਹਿਣ ਲੱਗੀ ਕਿ ਤੁਹਾਡੇ ਪਤੀ ਤੁਹਾਨੂੰ ਹਸਪਤਾਲ ਛੱਡ ਕੇ ਚਲੇ ਗਏ ਸਨ। ਤੁਹਾਨੂੰ ਪੂਰੇ 3 ਮਹੀਨੇ ਬਾਅਦ ਹੋਸ਼ ਆਇਆ ਹੈ। ਉਹ ਤੁਹਾਡੇ ਇਲਾਜ ਦੇ ਪੈਸੇ ਸਮੇਂ ਸਿਰ ਦਿੰਦੇ ਰਹੇ। ਨਰਸ ਨੇ ਮੈਨੂੰ ਇੱਕ ਲਿਫਾਫਾ ਦਿੱਤਾ ਜਿਸ ਵਿੱਚ ਤਲਾਕ ਦੇ ਪੇਪਰ ਸਨ। ਕੁਝ ਦਿਨ ਬਾਅਦ ਮੈਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਮੈਂ ਸਸੁਰਾਲ ਪਹੁੰਚੀ। ਮੈਂ ਦੇਖਿਆ ਕਿ ਮੇਰਾ ਪਤੀ, ਮੇਰੀ ਸੌਂਕਣ ਨੇਹਾ ਉਸ ਬੱਚੇ ਨਾਲ ਖੇਡ ਰਹੇ ਸਨ। ਮੇਰਾ ਸਭ ਕੁਝ ਲੁੱਟ ਚੁੱਕਿਆ ਸੀ। ਮੇਰਾ ਪਤੀ ਕਿਸੇ ਹੋਰ ਦਾ ਹੋ ਗਿਆ ਸੀ। ਸਭ ਖਤਮ ਹੋ ਗਿਆ ਸੀ। ਮੈਂ ਉੱਥੋਂ ਵਾਪਸ ਆ ਗਈ, ਕਿਉਂਕਿ ਆਪਣਾ ਅਪਮਾਨ ਕਰਾਉਣ ਦੀ ਹਿੰਮਤ ਨਹੀਂ ਸੀ। ਹੁਣ ਦਰ-ਦਰ ਭਟਕਦੀ ਫਿਰ ਰਹੀ ਹਾਂ। ਸੱਚ ਕਿਹਾ ਕਿਸੇ ਨੇ, ਬੁਰੇ ਕੰਮ ਦਾ ਨਤੀਜਾ ਹਮੇਸ਼ਾ ਬੁਰਾ ਹੀ ਹੁੰਦਾ ਹੈ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।